ਹੈਲੋ एवरीवन, ਆਪ ਸਭ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਦੀ ਸੁਣਵਾਈ ਵਿੱਚ ਪਈ ਅਗਲੀ ਤਾਰੀਖ ਦੇ ਕੀ ਮਾਇਨੇ ਹਨ ਤੇ ਇਸ ਦੀਆਂ ਕੀ ਸੰਭਾਵਨਾਵਾਂ ਰਹਿਣਗੀਆਂ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜ਼ਾਰਿਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ETT 6635 ਸੰਬੰਧੀ ਦੋ ਸੁਣਵਾਈਆਂ ਹੋਈਆਂ। ਪਹਿਲੀ ਸੁਣਵਾਈ ਮੇਨ ਕੇਸ ਦੀ ਸੀ ਜਿਸ ਦਾ ਕਿ ਨੰਬਰ 15486 ਹੈ ਔਰ ਇਹ ਸੁਣਵਾਈ ਹਰਵਿੰਦਰ ਸਿੰਘ ਵਰਸਸ ਸਟੇਟ ਆਫ ਪੰਜਾਬ ਦੇ ਨਾਲ ਸੰਬੰਧਿਤ ਸੀ ਤੇ ਇਸ ਕੇਸ ਦੀ ਸੁਣਵਾਈ ਦੇ ਵਿੱਚ ਜੋ ਅਗਲੀ ਸੁਣਵਾਈ ਦੀ ਮਿਤੀ ਹੈ ਉਹ ਹੁਣ 2/5/2022 ਪੈ ਗਈ ਹੈ, ਯਾਨੀ ਕਿ ਅਗਲੇ ਮਹੀਨੇ ਮਈ ਮਹੀਨੇ ਦੀ 2 ਤਾਰੀਖ ਨੂੰ। ਔਰ ਇਸ ਦਾ ਕਾਰਨ ਕੀ ਬਣਿਆ ਹੈ ਕਿਉਂਕਿ ਇਸ ਦੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤੀ ਜਾ ਰਹੀ ਸੀ ਪਰੰਤੂ ਪ੍ਰੋਪਰ ਤਰੀਕੇ ਦੇ ਨਾਲ ਕੋਈ ਸੁਣਵਾਈ ਹੋਈ ਹੀ ਨਹੀਂ। ਕਾਰਨ ਕੀ ਹੈ ਸ਼ਾਇਦ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਹੋਵੇਗਾ ਕਿ ਇਸ ਮੇਨ ਕੇਸ ਦੀ ਸੁਣਵਾਈ ਪ੍ਰੋਪਰ ਇਸ ਕਰਕੇ ਵੀ ਨਹੀਂ ਹੋ ਪਾਈ ਸੀ ਕਿਉਂਕਿ ETT ਯੂਨੀਅਨ ਵੱਲੋਂ ਜੋ ਮੇਨ ਕੌਂਸਲ ਸੀ ਯਾਨੀ ਕਿ ਐਡਵੋਕੇਟ ਸਾਹਿਬਾਨ ਸਨ ਉਹ ਹਾਜ਼ਰ ਹੀ ਨਹੀਂ ਹੋਏ ਤੇ ਉਹਨਾਂ ਦੀ ਐਬਸੈਂਸ ਦੇ ਵਿੱਚ ਗੈਰ ਹਾਜ਼ਰੀ ਦੇ ਵਿੱਚ ਫਿਰ ਸੁਣਵਾਈ ਹੋ ਵੀ ਕਿਸ ਤਰ੍ਹਾਂ ਸਕਦੀ ਸੀ। ਇਸ ਕਰਕੇ ਹੀ ਅੱਗੇ ਡੇਟ ਪਾਈ ਗਈ ਹੈ ਤੇ ਹੁਣ ਇਸ ਦੇ ਅਲੱਗ-ਅਲੱਗ ਅਰਥ ਕੱਢੇ ਜਾ ਰਹੇ ਹਨ। ਜਿੱਥੇ B.Ed ਕੈਂਡੀਡੇਟਸ ਇਸ ਨੂੰ ਆਪਣੇ ਵਾਸਤੇ ਇੱਕ ਜਿੱਤ ਕਰਾਰ ਦੇ ਰਹੇ ਹਨ ਕਿਉਂਕਿ ਸਟੇ ਜੋ ਹੈ ਉਹ ਵਕੇਟ ਹੋਣ ਦੇ ਬਾਰੇ ਸੀ ਤੇ ਉਹ ਸਟੇ ਹੁਣ ਉਸ ਤਰ੍ਹਾਂ ਲੱਗਿਆ ਹੀ ਹੋਇਆ ਹੈ, ਇਸ ਕਰਕੇ ਸਟੇ ਵਕੇਟ ਨਹੀਂ ਹੋਇਆ ਤੇ ਇਹ ਉਹਨਾਂ ਦੀ ਜਿੱਤ ਦਾ ਪ੍ਰਤੀਕ ਹੈ। ਉਹ ਇਸ ਤਰ੍ਹਾਂ ਸੋਚ ਰਹੇ ਹਨ ਤੇ ਇਸ ਗੱਲ ਦੀ ਖੁਸ਼ੀ ਵੀ ਮਨਾ ਰਹੇ ਹਨ। ਪਰੰਤੂ ਜੇਕਰ ਬਹੁਤ ਗੰਭੀਰਤਾ ਦੇ ਨਾਲ ਸੋਚਿਆ ਜਾਵੇ ਤੇ ETT ਦੇ ਕੈਂਡੀਡੇਟਸ ਦੇ ਵਾਸਤੇ ਇਹ ਜੋ ਸੁਣਵਾਈ ਦੀ ਮਿਤੀ ਅੱਗੇ ਪਈ ਹੈ ਇਸ ਦੇ ਵਿੱਚ ਜੇ ਤਾਂ ਉਹ ਇਸ ਗੱਲ ਨੂੰ ਲੈ ਕੇ ਚੱਲਣ ਕਿ ਅੱਜ ਸਟੇ ਵਕੇਟ ਹੋ ਜਾਣਾ ਚਾਹੀਦਾ ਸੀ ਤੇ ਸਟੇ ਵਕੇਟ ਨਹੀਂ ਹੋਇਆ ਤੇ ਸ਼ਾਇਦ ਇਹ ਉਹਨਾਂ ਵਾਸਤੇ ਇੱਕ ਮੰਦਭਾਗੀ ਗੱਲ ਹੈ ਤਾਂ ਕੁਝ ਨਿਰਾਸ਼ਾ ਤੇ ਜ਼ਰੂਰ ਕੈਂਡੀਡੇਟਸ ਨੂੰ ਹੋਈ ਹੋਵੇਗੀ ਪਰੰਤੂ ਜੇਕਰ ਇਸ ਨੂੰ ਪੋਜ਼ਿਟਿਵਲੀ ਸੋਚੀਏ ਤੇ ਇਸ ਦਾ ਕੁਝ ਮਹੀਨਾ ਹੋਰ ਹੀ ਨਿਕਲਦਾ ਹੈ। ਆਪਣੀ ਇੰਟਰਪ੍ਰੀਟੇਸ਼ਨ ਹੈ, ਕੋਈ ਕਿਸੇ ਢੰਗ ਨਾਲ ਸੋਚਦਾ ਹੈ, ਕੋਈ ਕਿਸੇ ਢੰਗ ਨਾਲ ਸੋਚਦਾ ਹੈ ਪਰੰਤੂ ਜਿੱਥੋਂ ਤੱਕ ਇਸ ਤਰੀਕ ਦੇ ਅੱਗੇ ਪੈ ਜਾਣ ਯਾਨੀ ਕਿ ਇਸ ਸੁਣਵਾਈ ਦੇ ਅਗਲੀ ਤਰੀਕ ਮਿਲ ਜਾਣ ਦਾ ਸੰਬੰਧ ਹੈ ਇਸ ਦੇ ਨਾਲ ਹੋ ਸਕਦਾ ਹੈ ਕਿ ਕਾਫੀ ਕੋਈ ਫਾਇਦੇ ਵਾਲੀ ਗੱਲ ਵੀ ETT 6635 ਦੇ ਉਮੀਦਵਾਰਾਂ ਦੇ ਵਾਸਤੇ ਵਾਪਰੇ। ਕਾਰਨ 27 ਅਪ੍ਰੈਲ ਨੂੰ ਜੋ ਸੁਣਵਾਈ ਹੋਣੀ ਹੈ ਸੁਪਰੀਮ ਕੋਰਟ ਦੇ ਵਿੱਚ ਤੇ ਹੋ ਸਕਦਾ ਹੈ ਕਿ ਉਹ ਕੰਟੀਨਿਊਸਲੀ 28 ਅਪ੍ਰੈਲ ਨੂੰ ਵੀ ਜਾਰੀ ਰਹੇ ਕਿਉਂਕਿ ਉਹ ਫਾਈਨਲ ਡਿਸਪੋਜ਼ਲ ਦੇ ਵਾਸਤੇ ਸੁਣਵਾਈ ਹੋਣੀ ਹੈ ਜਿਸ ਦੇ ਵਿੱਚ ਕਿ ਸਾਰੀਆਂ ਹੀ ਧਿਰਾਂ ਜਿਹੜੀਆਂ ਕਿ ਉਸ ਦੇ ਨਾਲ ਕਨੈਕਟਡ ਹਨ, ਕੰਸਰਨਡ ਹਨ, ਉਹ ਸਾਰੀਆਂ ਹੀ ਧਿਰਾਂ ਆਪਣੇ ਐਡਵੋਕੇਟਸ ਦੇ ਰਾਹੀਂ ਸੁਪਰੀਮ ਕੋਰਟ ਦੇ ਵਿੱਚ ਹਾਜ਼ਰ ਹੋਣਗੀਆਂ। ਕਹਿਣ ਦਾ ਭਾਵ ਹੈ ਕਿ ਉੱਥੇ B.Ed ਵਰਸਸ BSTC ਜੋ SLP ਲੱਗੀ ਹੋਈ ਹੈ, ਫਿਰ NCTE ਵਰਸਸ BSTC ਜੋ ਸਪੈਸ਼ਲ ਲੀਵ ਪਟੀਸ਼ਨ ਲੱਗੀ ਹੋਈ ਹੈ ਤੇ ਫਿਰ ਪਿਛਲੀ 30 ਮਾਰਚ ਨੂੰ MHRD ਨੇ ਵੀ ਇੱਕ ਸਪੈਸ਼ਲ ਲੀਵ ਪਟੀਸ਼ਨ ਪਾ ਦਿੱਤੀ ਸੀ BSTC ਕੈਂਡੀਡੇਟਸ ਦੇ ਵਿਰੁੱਧ। ਤਾਂ ਉਹਨਾਂ ਸਾਰੇ ਹੀ ਕੇਸਾਂ ਦਾ ਨਿਪਟਾਰਾ ਹੁਣ 27 ਅਪ੍ਰੈਲ ਨੂੰ ਜੋ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੋਣ ਜਾ ਰਹੀ ਹੈ ਉਸ ਦੇ ਵਿੱਚ ਹੋਣਾ ਹੈ ਔਰ ਕਿਉਂਕਿ ਕਹਿ ਦਿੱਤਾ ਗਿਆ ਹੈ ਕਿ ਇਹ ਫਾਈਨਲ ਡਿਸਪੋਜ਼ਲ ਦੇ ਵਾਸਤੇ ਹੋਵੇਗੀ, ਭਾਵ ਕੀ ਹੈ ਕਿ ਉਸ ਵੇਲੇ ਇਸ ਦਾ ਨਿਪਟਾਰਾ ਹੋ ਹੀ ਜਾਣਾ ਹੈ ਚਾਹੇ ਕਿ ਕੰਟੀਨਿਊਸ ਸੁਣਵਾਈ 28 ਨੂੰ ਵੀ ਜਾਰੀ ਰਹੇ। ਤੇ ਜਦੋਂ ਉੱਥੋਂ ਇਸ ਤਰ੍ਹਾਂ ਦਾ ਕੋਈ ਫੈਸਲਾ ਸਪੋਜ਼ ਕਰ ਲਓ ਆ ਜਾਏਗਾ ਕਿ ਜਿਸ ਦੇ ਵਿੱਚ ਕਿ B.Ed ਕੈਂਡੀਡੇਟਸ ਨੂੰ ਅਲਾਓ ਨਹੀਂ ਕੀਤਾ ਜਾਏਗਾ BSTC ਭਰਤੀ ਦੇ ਵਿੱਚ ਤੇ ਫਿਰ ਉਸ ਦਾ ਲਾਭ ਇਸ
ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੈ, ਇਸ ਦੇ ਵਿੱਚ ਕੇਸ ਜੋ ਚੱਲ ਰਿਹਾ ਹੈ, ਇਸ ਦੇ ਵਿੱਚ ਵੀ ਇਸ ਦਾ ਪੂਰਾ ਹੀ ਪ੍ਰਭਾਵ ਰਹੇਗਾ, ਕਿਉਂਕਿ ਸੁਪਰੀਮ ਕੋਰਟ ਤੇ ਅੰਤਮ ਅਪੈਕਸ ਕੋਰਟ ਹੈ ਤੇ ਜੇਕਰ ਉੱਥੇ ਇਹ ਅਜਿਹਾ ਫੈਸਲਾ ਆਉਂਦਾ ਹੈ ਤਾਂ ਫਿਰ ਕੁਦਰਤੀ ਤੌਰ ਦੇ ਉੱਤੇ ਜੋ ਸਟੇ ਹੈ ਉਹ ਵੀ ਖਤਮ ਹੋ ਜਾਵੇਗਾ, ਕਿਉਂਕਿ ਇਹ ਸੁਣਵਾਈ ਉਸ ਤੋਂ ਬਾਅਦ ਹੈ, ਯਾਨੀ ਕਿ 27 ਤੇ 28 ਅਪ੍ਰੈਲ ਤੋਂ ਬਾਅਦ 2 ਮਈ ਦੀ ਡੇਟ ਆਉਣੀ ਹੈ। ਤੇ ਇਸ ਕਰਕੇ ਇਸ ਸਟੇ ਦੇ ਰਹਿਣ ਦਾ ਵੀ ਕੋਈ ਮੀਨਿੰਗ ਨਹੀਂ ਰਹਿ ਜਾਏਗਾ। ਤਾਂ ਸਭ ਕੁਝ ਡਿਪੈਂਡ ਕਿਸ ਤੇ ਕਰਦਾ ਹੈ? ਡਿਪੈਂਡ ਤੇ ਉਸ ਗੱਲ ਤੇ ਹੀ ਕਰਦਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜੋ ਅਗਲੀ ਸੁਣਵਾਈ 27 ਅਪ੍ਰੈਲ ਨੂੰ ਹੋਣੀ ਹੈ ਜਾਂ ਪੋਸੀਬਲੀ 28 ਅਪ੍ਰੈਲ ਕੰਟੀਨਿਊਸਲੀ ਸੁਣਵਾਈ ਹੋ ਜਾਵੇ, ਤਾਂ ਉਸ ਦਾ ਆਊਟਕਮ ਕੀ ਆਂਦਾ ਹੈ, ਇਸ ਦੇ ਉੱਤੇ ਹੀ ਸਾਰਾ ਦਾਰੋਮਦਾਰ ਰਹੇਗਾ। ਇਸ ਕਰਕੇ ਈਟੀਟੀ ਕੈਂਡੀਡੇਟਸ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਤੇ ਇਸ ਨੂੰ ਨੈਗੇਟਿਵਲੀ ਨਹੀਂ ਲੈਣਾ ਚਾਹੀਦਾ, ਕਿਉਂਕਿ ਹੋ ਸਕਦਾ ਹੈ ਕਿ ਇਸ ਦੇ ਵਿੱਚ ਕੁਝ ਫਾਇਦਾ ਹੀ ਹੋਵੇ। ਔਰ ਦੂਸਰੀ ਗੱਲ ਅਸੀਂ ਇਹ ਵੀ ਸਮਝਦੇ ਹਾਂ ਕਿ ਜੋ ਐਡਵੋਕੇਟਸ ਹੁੰਦੇ ਹਨ, ਕਿਉਂਕਿ ਬਹੁਤ ਲਰਨਡ ਹੁੰਦੇ ਹਨ, ਉਹਨਾਂ ਨੂੰ ਆਉਣ ਵਾਲੀਆਂ ਪਰਿਸਥਿਤੀਆਂ ਦਾ ਪਹਿਲਾਂ ਹੀ ਅੰਦਾਜ਼ਾ ਹੋ ਜਾਂਦਾ ਹੈ। ਹੋ ਸਕਦਾ ਹੈ ਕਿ ਐਡਵੋਕੇਟਸ ਈਟੀਟੀ ਦੇ ਐਡਵੋਕੇਟਸ ਦਾ ਇਸ ਤਾਰੀਖ ਨੂੰ 18 ਅੱਜ ਦੀ ਸੁਣਵਾਈ 18 ਅਪ੍ਰੈਲ ਦੀ ਸੁਣਵਾਈ ਦੇ ਵਿੱਚ ਹਾਜ਼ਰ ਨਾ ਹੋਣਾ ਕਿਸੇ ਰਣਨੀਤੀ ਦਾ ਹੀ ਇੱਕ ਹਿੱਸਾ ਹੋਵੇ, ਕਿਉਂਕਿ ਜੇਕਰ ਅੱਜ ਪ੍ਰੋਪਰ ਸੁਣਵਾਈ ਹੋ ਜਾਂਦੀ ਤੇ ਹੋ ਸਕਦਾ ਹੈ ਕਿ ਕੁਝ ਐਸਾ ਫੈਸਲਾ ਵੀ ਹੋ ਸਕਦਾ ਸੀ ਜਿਹੜਾ ਕਿ ਈਟੀਟੀ ਕੈਂਡੀਡੇਟਸ ਦੇ ਵਾਸਤੇ ਨੁਕਸਾਨਦੇਹ ਸਾਬਤ ਹੋ ਸਕਦਾ ਸੀ। ਇਸ ਕਰਕੇ ਹੋ ਸਕਦਾ ਹੈ ਕਿ ਉਹਨਾਂ ਨੇ ਕਿ ਰਣਨੀਤੀ ਦੇ ਜ਼ਰੀਏ ਇਸ ਨੂੰ ਜਾਣਬੁੱਝ ਕੇ ਹੀ ਅੱਗੇ ਪਾਇਆ ਹੋਵੇ, ਟਾਲਿਆ ਹੋਵੇ। ਪਰ ਦੂਜੇ ਪਾਸੇ ਜੋ ਉਮੀਦਵਾਰ ਹਨ ਉਹ ਤੇ ਥੋੜਾ ਨਿਰਾਸ਼ਾ ਦੇ ਆਲਮ ਵਿੱਚ ਇਸ ਕਰਕੇ ਹਨ ਕਿ ਤਾਰੀਖ ਤੇ ਤਾਰੀਖ ਪਈ ਜਾਂਦੀ ਹੈ। ਇਸ ਦੇ ਨਾਲ ਹਰੇਕ ਨੂੰ ਮਾਨਸਿਕ ਪਰੇਸ਼ਾਨੀ ਤਾਂ ਹੋ ਹੀ ਰਹੀ ਹੈ, ਪਰੰਤੂ ਹੁਣ ਕੀਤਾ ਵੀ ਕੀ ਜਾ ਸਕਦਾ ਹੈ। ਵਾਟ ਕੈਨ ਨਾਟ ਬੀ ਕਿਉਰਡ ਮਸਟ ਬੀ ਇੰਡਿਓਰਡ। ਤਾਂ ਹੁਣ ਇਸ ਨੂੰ ਗਲ ਪਿਆ ਢੋਲ ਜੋ ਹੈ ਇਹ ਤੇ ਵਜਾਣਾ ਹੀ ਪਵੇਗਾ ਤੇ ਉਸ ਦੇ ਅਨੁਸਾਰ ਹੁਣ ਆਪਾਂ ਨੂੰ ਅਗਲੀ ਵੇਟ ਕਰਨੀ ਪਏਗੀ ਅਗਲੀ ਡੇਟ ਦੀ, ਯਾਨੀ ਕਿ 2 ਮਈ ਕਿ ਉਸ ਡੇਟ ਨੂੰ ਕੀ ਵਾਪਰਦਾ ਹੈ। ਪਰੰਤੂ ਉਸ ਤੋਂ ਪਹਿਲਾਂ ਹੀ 27 ਜਾਂ 28 ਅਪ੍ਰੈਲ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਬਹੁਤ ਕੁਝ ਹੋ ਜਾਣਾ ਹੈ। ਤਾਂ ਉਹਨਾਂ ਡੇਟਾਂ ਦੀ ਵੀ ਆਪਾਂ ਆਓ ਤਵੱਕੋ ਕਰੀਏ, ਉਸ ਦੀ ਐਕਸਪੈਕਟੇਸ਼ਨ ਕਰੀਏ, ਉਸ ਦੀ ਚੰਗੇ ਵਾਸਤੇ ਉਮੀਦ ਕਰੀਏ ਕਿ ਬਹੁਤ ਵਧੀਆ ਹੀ ਕੁਝ ਵਾਪਰੇਗਾ। ਤੇ ਦੂਸਰਾ ਜੋ ਕੇਸ ਸੀ ਜਿਹੜਾ ਕਿ ਗ੍ਰੈਜੂਏਸ਼ਨ ਦੇ ਅੰਕਾਂ ਨੂੰ ਲੈ ਕੇ ਸੀ, ਉਹ ਜੋ ਕੇਸ ਸੀ ਉਹ ਸੀ ਪ੍ਰੀਤੀ ਪ੍ਰਭਾਤ ਵਰਸਸ ਸਟੇਟ ਆਫ ਪੰਜਾਬ, ਜਿਹੜਾ ਕਿ ਕੋਰਟ ਨੰਬਰ 29 ਦੇ ਵਿੱਚ ਜੋ ਸੀ ਜਿਸ ਦੀ ਸੁਣਵਾਈ ਹੋਈ। ਉਹਦੇ ਬਾਰੇ ਤੇ ਕੋਈ ਖਾਸ ਗੱਲ ਇੰਨੀ ਤੇ ਹੈ ਨਹੀਂ। ਉਹ ਤੇ ਅਗਲੀ ਡੇਟ ਜੋ ਉਸ ਦੀ ਮਿਲੀ ਹੈ ਉਹ 28 ਅਪ੍ਰੈਲ ਮਿਲੀ ਹੈ। ਹਾਂਜੀ, ਸੇਮ ਡੇਟ ਜਿਹੜੀ ਕਿ ਸੁਪਰੀਮ ਕੋਰਟ ਦੇ ਵਿੱਚ 27 ਹੈ ਤੇ ਇੱਥੇ 28/4/2022 ਉਸ ਦੀ ਅਗਲੀ ਸੁਣਵਾਈ ਦੀ ਮਿਤੀ ਰੱਖੀ ਗਈ ਹੈ। ਤਾਂ ਹੁਣ ਵੇਖਣਾ ਹੋਏਗਾ ਕਿ ਇਹ ਆਉਣ ਵਾਲੇ ਜੋ ਮਹੀਨਾ ਹੈ, ਯਾਨੀ ਕਿ ਮਈ ਔਰ ਅਪ੍ਰੈਲ ਦੀ ਲਾਸਟ ਦੇ ਵਿੱਚ ਕੀ ਪਰਿਸਥਿਤੀਆਂ ਬਦਲਦੀਆਂ ਹਨ ਤੇ ਕੀ ਕੁਝ ਹੁੰਦਾ ਹੈ, ਕਿਉਂਕਿ ਇਹ ਡੇਟਾਂ ਬਹੁਤ ਹੀ ਅਹਿਮ ਹੋਣਗੀਆਂ। ਅਪ੍ਰੈਲ ਤੇ ਮਈ ਦੇ ਮਹੀਨੇ ਈਟੀਟੀ ਕੈਂਡੀਡੇਟਸ ਦੇ ਵਾਸਤੇ ਵੀ, ਬੀਐਡ ਕੈਂਡੀਡੇਟਸ ਦੇ ਵਾਸਤੇ ਵੀ, ਸਾਰਿਆਂ ਵਾਸਤੇ ਹੀ ਇਹ ਬੜੀਆਂ ਅਹਿਮ ਮਿਤੀਆਂ ਹੋਣਗੀਆਂ। ਤਾਂ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਸੁਣਵਾਈਆਂ ਹੁੰਦੀਆਂ ਹਨ, ਚਾਹੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੋਵੇ ਜਾਂ ਫਿਰ ਸੁਪਰੀਮ ਕੋਰਟ ਅਪੈਕਸ ਕੋਰਟ ਆਫ ਇੰਡੀਆ ਹੋਵੇ, ਉਹਦੇ ਵਿੱਚ ਕੀ ਕੁਝ ਵਾਪਰਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਵੀਡੀਓ ਵਿੱਚ ਬਸ ਇੰਨਾ ਹੀ। ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ। ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।